किताब विपरण की रीत तो सच दा मार्ग भाग चौथा। लेखक सरदार गुरबख्श सिंह काला अफगाना। पहले कांड दा पंजवां भाग पैर सुचे करन आदि दा अनोखा भरम। वाहिगुरू जी का खालसा वाहिगुरू जी की फतेह। गुरु साहब जी दे समय दी गल तां दूर दी है। 1960 तक लगभग सारे रस्ते कच्चे ਅਤੇ बड़े घट्टे मिट्टी वाले सन। इस ਤੋਂ इलावा पर अधीन ਅਤੇ गरीब ਵਸਨੀਕਾਂ ਵਾਲਾ देश ਹੋਣ ਕਰਕੇ ਭਾਰਤੀ ਰਸਤਿਆਂ ਵਿੱਚੋਂ ਕੂੜਾ ਅਤੇ ਹੋਰ ਗੰਦ-ਮੰਦ ਚੁਕਵਾਈ ਰੱਖਣ ਦੇ ਪ੍ਰਬੰਧ ਵੀ ਨਹੀਂ ਸਨ ਹੋ ਸਕਦੇ। ਗੁਰੂ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਦੇ ਪੈਰ ਜੋੜਿਆਂ ਦੇ ਵਿੱਚ ਵੀ ਘੱਟੇ ਮਿੱਟੀ ਅਥਵਾ ਕਈ ਵਾਰੀ ਹੋਰ ਪ੍ਰਕਾਰ ਦੇ ਗੰਦ ਨਾਲ ਮੈਲੇ ਹੋ ਜਾਣ ਤੋਂ ਨਹੀਂ ਸਨ ਬਚ ਸਕਦੇ। ਇਸ ਲਈ ਗੁਰੂ ਦਰਬਾਰ ਵਿੱਚ ਸਫਾਈ ਰੱਖਣ ਦੀ ਜ਼ਰੂਰੀ ਲੋੜ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਗੁਰੂ ਸੰਗਤ ਵਿੱਚ ਬੈਠਣ ਤੋਂ ਪਹਿਲਾਂ ਜੋੜੇ ਉਤਾਰ ਕੇ ਅਤੇ ਪੈਰ ਪਾਣੀ ਨਾਲ ਧੋ ਪੂੰਝ ਕੇ ਚੰਗੀ ਤਰ੍ਹਾਂ ਸਾਫ਼ ਸੁਥਰੇ ਕਰ ਲੈਣ ਦੀ ਮਰਿਆਦਾ ਬਣਾ ਦਿੱਤੀ। ਉਂਝ ਬ੍ਰਾਹਮਣੀ ਰਿਸ਼ੀਆਂ ਦੇ ਆਸ਼ਰਮ ਵਿੱਚ ਪ੍ਰਵੇਸ਼ ਕਰਨ ਸਮੇਂ ਪੈਰ ਸੁੱਚੇ ਕਰ ਲੈਣ ਦੀ ਰੀਤ ਪੁਰਾਣਕ ਸਮਿਆਂ ਤੋਂ ਹੀ ਬਣ ਚੁੱਕੀ ਸੀ। ਪੈਰ ਸੁੱਚੇ ਕਰਨ ਵਾਲੀ ਇਸ ਰੀਤ ਨੂੰ ਬ੍ਰਾਹਮਣ ਨੇ ਉਚੇਚਾ ਨਾਉ ਅਰਗ ਗ੍ਰਹਿਣ ਕਰਨਾ ਦਿੱਤਾ ਹੋਇਆ ਹੈ। ਹੋ ਸਕਦਾ ਹੈ ਕਿ ਬ੍ਰਾਹਮਣ ਨੇ ਵੀ ਇਹ ਰੀਤ ਸਫਾਈ ਰੱਖਣ ਦੇ ਹੀ ਮੰਤਵ ਨਾਲ ਚਲਾਈ ਹੋਵੇ, ਪਰ ਜੋ ਵੇਖਣ ਵਿੱਚ ਆਇਆ ਹੈ ਉਸ ਤੋਂ ਇਸ ਰੀਤ ਦਾ ਸਫਾਈ ਨਾਲ ਸੰਬੰਧ ਐਵੇਂ ਨਾ ਮਾਤਰ ਹੀ ਹੈ। ਬਾਹਰੋਂ ਆਏ ਸ਼ਰਧਾਲੂ ਦੇ ਪੈਰ ਧੋਤੇ ਨਹੀਂ ਸਨ ਜਾਂਦੇ, ਕੇਵਲ ਥੋੜ੍ਹੇ ਜਿਹੇ ਪਾਣੀ ਦੇ ਛੱਟੇ ਨਾਲ ਸੁੱਚੇ ਕਰਨ ਦਾ ਰਿਵਾਜ ਸਿੱਧ ਹੁੰਦਾ ਹੈ। ਉਦਾਹਰਣ ਵਜੋਂ ਰਾਮਾਇਣ ਗਾਥਾ ਅਨੁਸਾਰ ਬਨਵਾਸ ਸਮੇਂ ਸ੍ਰੀ ਰਾਮ ਚੰਦਰ ਜੀ ਬੇਅੰਤ ਰਿਸ਼ੀਆਂ ਮੁਨੀਆਂ ਦੇ ਆਸ਼ਰਮ 'ਤੇ ਹਾਜ਼ਰੀ ਭਰਦੇ ਦਰਸਾਏ ਹਨ। ਸ੍ਰੀ ਰਾਮ ਚੰਦਰ ਜੀ ਦੀ ਜੀਵਨ ਲੀਲਾ ਦਰਸਾਉਣ ਵਾਲੀ ਇਸ ਗਾਥਾ ਦੀ ਜਿਹੜੀ ਦਸਤਾਵੇਜ਼ੀ ਫਿਲਮ ਤਿਆਰ ਕਰਕੇ ਟੀਵੀ 'ਤੇ ਵਿਖਾਈ ਗਈ ਸੀ, ਉਸ ਵਿੱਚ ਜਦ ਸ੍ਰੀ ਰਾਮ ਚੰਦਰ ਜੀ ਆਪਣੀ ਪਤਨੀ ਸੀਤਾ ਜੀ ਅਤੇ ਭਰਾਤਾ ਲਛਮਣ ਜੀ ਅਤੇ ਮਲਾਹਾਂ ਦੇ ਰਾਜੇ ਨਿਸ਼ਾਦ ਰਾਜ ਨਾਲ ਭਾਰਦਵਾਜ ਰਿਸ਼ੀ ਦੇ ਆਸ਼ਰਮ 'ਤੇ ਪੁੱਜੇ ਤਾਂ ਰਿਸ਼ੀ ਨੇ ਉਹਨਾਂ ਨੂੰ ਜੀ ਆਇਆਂ ਕਹਿਣ ਪਿੱਛੋਂ ਸ੍ਰੀ ਰਾਮ ਚੰਦਰ ਜੀ ਨੂੰ ਅਰਗ ਗ੍ਰਹਿਣ ਕਰਨ ਲਈ ਕਿਹਾ। ਇਸ਼ਾਰਾ ਪਾ ਕੇ ਆਸ਼ਰਮ ਦੇ ਸੇਵਾਦਾਰ ਨੇ ਉਹਨਾਂ ਚੌਹਾਂ ਦੇ ਪੈਰਾਂ 'ਤੇ ਥੋੜ੍ਹਾ ਜਿਹਾ ਪਾਣੀ ਛਿੜਕਣ ਦਾ ਸ਼ਗਨ ਜਿਹਾ ਕੀਤਾ ਤੇ ਉਹ ਰਿਸ਼ੀ ਦੀ ਗੱਦੀ ਵਾਲੇ ਥੜੇ 'ਤੇ ਜਾ ਬੈਠੇ ਸਨ। ਇੱਥੋਂ ਤੱਕ ਕਿ ਮਾਤਾ ਸ਼ਿਵਰੀ ਦੇ ਆਸ਼ਰਮ 'ਤੇ ਗਏ ਤਾਂ ਮਾਈ ਦੀਆਂ ਅੱਖੀਆਂ ਵਿੱਚੋਂ ਦੋ ਅੱਥਰੂ ਰਾਮ ਜੀ ਦੇ ਚਰਨਾਂ 'ਤੇ ਡਿੱਗ ਪੈਣ ਨਾਲ ਦੋਹਾਂ ਭਰਾਵਾਂ ਰਾਮ ਲਕਸ਼ਮਣ ਦੇ ਚਰਨ ਸੁੱਚੇ ਹੋਣੇ ਮੰਨ ਲਏ ਦਰਸਾਏ ਹਨ। ਸਾਡੀ ਰੁਚੀ ਬ੍ਰਾਹਮਣੀ ਰੀਤ ਵੱਲ ਬੜੀ ਛੇਤੀ ਪ੍ਰੇਰਿਤ ਹੁੰਦੀ ਹੈ। ਅਸਾਂ ਵੀ ਸਫਾਈ ਵਾਲੇ ਜ਼ਰੂਰੀ ਨਿਯਮ ਦੇ ਥਾਂ ਚਰਨ ਸੁੱਚੇ ਕਰਕੇ ਗੁਰੂ ਦਰਬਾਰ ਵਿੱਚ ਬੈਠਣ ਦਾ ਭਰਮ ਕਬੂਲ ਕਰ ਲਿਆ ਹੋਇਆ ਹੈ। ਭਾਵੇਂ ਵਿਦੇਸ਼ਾਂ ਵਿੱਚ ਸੁੱਚਮ ਦਾ ਇਹ ਭਰਮ ਸ਼ਾਇਦ ਠੰਡ ਤੋਂ ਬਣੀ ਮਜਬੂਰੀ ਕਾਰਨ ਹੀ ਹੋਵੇ, ਬੜਾ ਘੱਟ ਹੈ, ਪਰ ਦੇਸ਼ ਵਿੱਚ ਜੋੜੇ ਤੇ ਜੁਰਾਬਾਂ ਉਤਾਰ ਕੇ ਪੈਰ ਪਾਣੀ ਵਿੱਚ ਭਿਉਂ ਕੇ ਸੁੱਚੇ ਕਰ ਲੈਣ ਦਾ ਭਰਮ ਲਗਭਗ ਸਾਰੇ ਥਾਈਂ ਨਜ਼ਰੀ ਆ ਜਾਂਦਾ ਹੈ। ਸੁੱਚ ਝੂਠ ਭਰਮ ਬਾਰੇ ਅਸੀਂ ਗੁਰਮਤਿ ਵਿਚਾਰ ਬੜੇ ਵਿਸਥਾਰ ਨਾਲ ਸਮਝ ਚੁੱਕੇ ਹਾਂ। ਬ੍ਰਾਹਮਣੀ ਸੁੱਚਮ ਨਾਲ ਗੁਰਮਤਿ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ, ਪਰ ਸਫਾਈ ਰੱਖਣੀ ਸਿੱਖੀ ਦੀ ਪ੍ਰਮੁੱਖ ਮਰਿਆਦਾ ਹੈ। ਸਫਾਈ ਵਾਲਾ ਸਿਧਾਂਤ ਪਿੱਛੇ ਸੁੱਟ ਕੇ ਸੁੱਚਮ ਦੇ ਭਰਮ ਨਾਲ ਜੁੜ ਜਾਣਾ ਪ੍ਰਹੁਤਵਾਦੀ ਰੀਤ ਨੂੰ ਗੁਰੂ ਸਿੱਖਾਂ ਦੀ ਵਿਸ਼ੇਸ਼ ਗਿਣਤੀ ਗੁਰਮਤਿ ਮੰਨ ਬੈਠੀ ਹੋਈ ਹੈ। ਮਿੱਟੀ ਗਾਰੇ ਨਾਲ ਲਿਬੜੇ ਹੋਏ ਪੂਰੇ ਸਰੀਰ ਨੂੰ ਅਥਵਾ ਸਰੀਰ ਦੇ ਕਿਸੇ ਅੰਗ ਨੂੰ ਸਤਿਗੁਰਾਂ ਨੇ ਅਪਵਿੱਤਰ, ਮੈਲਾ ਜਾਂ ਗੰਦਾ ਹੋਣ ਦੀ ਗੱਲ ਨਹੀਂ ਹੈ। ਗੱਲ ਅਪਵਿੱਤਰ ਅਤੇ ਪਵਿੱਤਰ ਹੋਣ ਦੀ ਹੈ। ਨਹੀਂ ਮੰਨਿਆ ਅਤੇ ਪਾਣੀ ਦੇ ਛੱਟੇ ਮਾਰ ਦੇਣ ਨਾਲ ਸਰੀਰ ਦੇ ਕਿਸੇ ਅੰਗ ਨੂੰ ਪਵਿੱਤਰ ਹੋਇਆ ਨਹੀਂ ਮੰਨਿਆ। ਚਰਨ ਪੁਨੀਤ ਚਲੇ ਹਰ ਮਾਰਗ ਪੰਨਾ 181। ਸਤਿਗੁਰਾਂ ਨੇ ਕੇਵਲ ਉਹ ਚਰਨ ਪਾਵਨ ਪਵਿੱਤਰ ਮੰਨੇ ਹਨ ਜਿਹੜੇ ਹਰੀ ਮਿਲਾਪ ਦੇ ਰਸਤੇ ਵੱਲ ਨੂੰ ਲੈ ਤੁਰਦੇ ਹਨ। ਪਾਣੀ ਨਾਲ ਧੋਤਿਆਂ ਮਿੱਟੀ ਘੱਟੇ ਤੋਂ ਸਾਫ਼ ਤਾਂ ਹੋ ਸਕਦੇ ਹਨ, ਪਰ ਸੁੱਚੇ ਜਾਂ ਪਵਿੱਤਰ ਨਹੀਂ ਕਹੇ ਜਾ ਸਕਦੇ। ਜਿਵੇਂ ਨਿੱਤ ਦੇ ਇਸ਼ਨਾਨੀ ਨੂੰ ਵੀ ਸਤਿਗੁਰਾਂ ਨੇ ਸੁੱਚਾ ਨਹੀਂ ਮੰਨਿਆ। ਸੁੱਚਾ ਉਹੀ ਹੈ
ਜਿਸ ਦੇ ਮਨ ਵਿੱਚ ਪ੍ਰਭੂ ਦਾ ਨਿਵਾਸ ਹੋ ਗਿਆ। ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੋ ਧਿਆਨ ਇਹ ਰੱਖਣਾ ਹੁੰਦਾ ਹੈ ਕਿ ਗੁਰੂ ਦੁਆਰੇ ਆਏ ਮਨੁੱਖ ਦੇ ਪੈਰ ਕਿਸੇ ਪ੍ਰਕਾਰ ਦੀ ਮੈਲ ਨਾਲ ਭਰੇ ਹੋਏ ਨਾ ਹੋਣ। ਗੁਰੂ ਦਰਬਾਰ ਵਿੱਚ ਬੈਠਣ ਤੋਂ ਪਹਿਲਾਂ ਧੋਤੇ ਬਣਾਏ ਸਾਫ਼ ਸੁਥਰੇ ਪੈਰਾਂ ਨੂੰ ਉਚੇਚੇ ਤੌਰ 'ਤੇ ਦੁਬਾਰਾ ਪਾਣੀ ਨਾਲ ਸੁੱਚੇ ਕਰਨਾ ਗੁਰਮਤਿ ਨਹੀਂ ਹੈ, ਬ੍ਰਾਹਮਣੀ ਭਰਮ ਰੀਤ ਹੈ। ਇਹ ਠੀਕ ਹੈ ਕਿ ਸਤਿਗੁਰਾਂ ਨੇ ਉਹਨਾਂ ਚਰਨਾਂ ਨੂੰ ਪਾਵਨ ਪਵਿੱਤਰ ਮੰਨਿਆ ਹੈ ਜਿਹੜੇ ਹਰੀ ਦੇ ਮਾਰਗ 'ਤੇ ਤੁਰਦੇ ਹਨ। ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪਥਾ, ਪੰਨਾ 709। ਪਰ ਗੁਰਦੁਆਰੇ ਵੱਲ ਨੂੰ ਜਾਂਦੇ ਰਸਤੇ 'ਤੇ ਕੇਵਲ ਤੁਰ ਪੈਣ ਵਾਲੇ ਹੀ ਚਰਨਾਂ ਨੂੰ ਸਤਿਗੁਰਾਂ ਨੇ ਪਵਿੱਤਰ ਨਹੀਂ ਕਿਹਾ ਅਤੇ ਫਿਰ ਕੇਵਲ ਗੁਰਦੁਆਰੇ ਆ ਸੰਗਤ ਵਿੱਚ ਬੈਠ ਜਾਣ ਨੂੰ ਹੀ ਹਰੀ ਦੇ ਮਾਰਗ 'ਤੇ ਪੈ ਗਏ ਸਮਝ ਕੇ ਧਰਮੀ ਬਣ ਬੈਠਣਾ ਵੀ ਭੁੱਲ ਹੈ। ਗੁਰਦੁਆਰੇ ਆ ਪੁੱਜਣ ਦੀ ਗੱਲ ਤਾਂ ਦੂਰ ਰਹੀ, ਸਤਿਗੁਰਾਂ ਨੇ ਤਾਂ ਕੇਵਲ ਗੁਰੂ ਦਰਸ਼ਨਾਂ ਨੂੰ ਹੀ ਕਲਿਆਣਕਾਰੀ ਨਹੀਂ ਮੰਨਿਆ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ, ਹਉਮੈ ਮੈਲ ਨਾ ਚੁਕਈ, ਨਾਮ ਨਾ ਲੱਗੇ ਪਿਆਰ, ਇੱਕ ਆਪੇ ਬਖਸ਼ ਮਿਲਾਇਨ, ਦੁਬਿਧਾ ਤਜ ਵੇਕਾਰ, ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਪੰਨਾ 594। ਅਰਥ ਸਤਿਗੁਰੂ ਦੇ ਦਰਸ਼ਨ ਤਾਂ ਸਾਰੇ ਹੀ ਕਰਦੇ ਹਨ, ਪਰ ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ ਜਦ ਤੱਕ ਜੀਵ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ, ਕਿਉਂਕਿ ਗੁਰਮਤਿ ਸਮਝ ਕੇ ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਹੰਕਾਰ ਰੂਪੀ ਮਨ ਦੀ ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ। ਜਿਨ੍ਹਾਂ ਨੇ ਮੇਰ ਤੇਰ ਤੇ ਵਿਕਾਰ ਤਿਆਗ ਦਿੱਤੇ, ਉਹਨਾਂ ਤੇ ਮਿਹਰ ਕਰਕੇ ਪ੍ਰਭੂ ਨੇ ਆਪ ਹੀ ਮਿਲਾ ਲਏ ਹਨ। ਹੇ ਨਾਨਕ, ਪ੍ਰਭੂ ਨਾਲ ਮਿਲਾਪ ਕੇਵਲ ਉਹੀ ਕਰ ਸਕੇ ਹਨ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਅਨੁਸਾਰ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਮਿਟਾ ਲਿਆ। ਅੱਜ ਗੁਰਦੁਆਰੇ ਆਉਣ ਵਾਲਿਆਂ ਵਿੱਚੋਂ ਅਜਿਹੇ ਗੁਰਸਿੱਖ ਕਿੰਨੇ ਕੁ ਹਨ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ 'ਤੇ ਚੱਲ ਕੇ ਆਪਾ ਭਾਵ ਮਿਟਾ ਲਿਆ ਹੋਇਆ। ਸਾਡੇ ਵਿੱਚੋਂ ਕਿੰਨੇ ਕੁ ਹਨ ਜਿਹੜੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਹ ਜੋਦੜੀ ਕਰਦੇ ਹਨ ਕਿ ਹੇ ਸੱਚੇ ਪਾਤਸ਼ਾਹ, ਮੈਂ ਮਾਇਆ ਮੋਹ ਦੇ ਹਨੇਰੇ ਖੂਹ ਵਿੱਚ ਡਿੱਗਾ ਗੋਤੇ ਖਾ ਰਿਹਾ ਹਾਂ। ਮੇਰੀ ਬਾਂਹ ਫੜ ਕੇ ਮੈਨੂੰ ਇਸ ਮਾਇਆ ਜਾਲ ਵਿੱਚੋਂ ਕੱਢ ਕੇ ਮੇਰਾ ਮਨ ਪ੍ਰਭੂ ਚਰਨਾਂ ਨਾਲ ਜੋੜੋ, ਮੈਨੂੰ ਸਿੱਖੀ ਜੀਵਨ ਬਖਸ਼ੋ, ਮੈਨੂੰ ਗੁਰਮਤਿ ਅਨੁਸਾਰ ਜੀਵਨ ਜੁਗਤ ਬਣਾ ਲੈਣ ਦਾ ਬਲ ਬਖਸ਼ਿਸ਼ ਕਰੋ। ਹੇ ਸੱਚੇ ਪਾਤਸ਼ਾਹ ਜੀਓ, ਮੇਰੇ ਮਨ ਦੀ ਭਟਕਣਾ ਦੂਰ ਕਰਕੇ ਮੈਨੂੰ ਸ਼ਬਦ ਵਿਚਾਰ ਦੀ ਚੇਟਕ ਲਾਓ। ਨਾਮ ਪਦਾਰਥ ਤੋਂ ਬਿਨਾਂ ਮੈਨੂੰ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ ਹੈ। ਲੱਖਾਂ ਵਿੱਚੋਂ ਕੋਈ ਇੱਕ ਅੱਧ ਹੀ ਅਜਿਹਾ ਗੁਰੂ ਦਾ ਲਾਲ ਹੋਵੇਗਾ ਜੋ ਕੀਤੀ ਹੋਈ ਕਿਸੇ ਸੇਵਾ ਦੇ ਵੱਟੇ ਆਪਣੀਆਂ ਮੰਗਾਂ ਦੀ ਲਿਸਟ ਅਰਦਾਸੀਏ ਨੂੰ ਨਾ ਫੜਾਉਂਦਾ ਹੋਵੇ। ਜੇ ਅਸੀਂ ਗੁਰਦੁਆਰੇ ਆਉਣ ਵਾਲਿਆਂ ਨੂੰ ਹੀ ਮਹਾਂਪੁਰਖ ਮੰਨ ਬੈਠਣ ਦੀ ਸ਼ਰਧਾ ਬਣਾ ਲਈ ਤਾਂ ਸਾਡਾ ਗੁਰੂ ਦਰਬਾਰ ਵਿੱਚ ਆਉਣਾ ਹੀ ਸਾਡੇ ਲਈ ਕਾਫੀ ਬਣ ਜਾਣਾ ਹੈ। ਗੁਰਦੁਆਰੇ ਦੀ ਹਾਜ਼ਰੀ ਭਰਨ ਵਿੱਚ ਹੀ ਤਸੱਲੀ ਹੋ ਜਾਣ ਨਾਲ ਸ਼ਬਦ ਵਿਚਾਰ ਦੀ ਲੋੜ ਮੁੱਕ ਜਾਂਦੀ ਹੈ। ਨੋਟ: ਚਰਨ ਧੂੜ ਦੀ ਮਹਿਮਾ ਦੀ ਅਸਲੀਅਤ ਸਮਝਣ ਲਈ ਪੜ੍ਹੋ ਪੁਸਤਕ ਦੇ 8ਵੇਂ ਭਾਗ ਦੇ ਚੌਥੇ ਕਾਂਡ ਦੇ ਲੇਖ ਨੰਬਰ 32 ਅਤੇ 34 ਅਤੇ ਸਾਰਾ 5ਵਾਂ ਕਾਂਡ ਚਰਨ ਪਖਾਰ ਕਰੋ ਗੁਰ ਸੇਵਾ ਮਨੇ ਚਰਾਵੋਂ ਭੋਗ, ਪੰਨਾ 713। ਕੇਵਲ ਗੁਰਦੁਆਰੇ ਆਉਣ ਨਾਲ ਹੀ ਕੋਈ ਧਰਮਾਤਮਾ ਨਹੀਂ ਬਣ ਜਾਂਦਾ। ਗੁਰਦੁਆਰੇ ਆ ਕੇ ਪਹਿਲਾਂ ਗੁਰੂ ਦੀ ਆਗਿਆ ਬਾਰੇ ਸਮਝਣਾ ਚਾਹੀਦਾ ਹੈ, ਫਿਰ ਉਸ ਆਗਿਆ ਨੂੰ ਸੱਤ-ਸੱਤ ਕਰਕੇ ਮੰਨਣ ਦੀ ਲੋੜ ਹੈ। ਨਹੀਂ ਤਾਂ ਚਰਨਾਮ੍ਰਿਤ ਛਕ ਲੈਣ ਦੀ ਗੱਲ ਤਾਂ ਦੂਰ ਰਹੀ, ਸਤਿਗੁਰਾਂ ਦੀ ਪੂਜਾ ਕਰਨ ਦਾ ਜਾਂ ਸੰਗਤ ਵਿੱਚ ਬੈਠ ਕੇ ਗਾਵੇ ਸੁਣੇ ਦਾ ਵੀ ਕੋਈ ਲਾਭ ਨਹੀਂ ਹੈ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਪੰਨਾ 669। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 5ਵਾਂ ਭਾਗ
ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।